ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ ਤੇ ਪਾਇਨੀਅਰ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਇੱਕ ਇਦਾਂ ਦਾ ਬ੍ਰਾਂਡ ਬਣ ਚੁੱਕਿਆ ਹੈਗਾ ਜਿਹੜਾ ਕਿ 2003 ਤੋਂ, ਜੇ ਤੁਹਾਨੂੰ ਯਾਦ ਹੋਵੇ, ਤੁਹਾਨੂੰ ਅਸਿਸਟ ਕਰ ਰਿਹਾ ਹੈਗਾ, ਇੱਕ ਰਾਈਟ ਡਾਇਰੈਕਸ਼ਨ ਗਾਈਡ ਕਰ ਰਿਹਾ। ਖਾਸ ਤੌਰ ਤੇ ਉਹ ਸਟੂਡੈਂਟਸ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਸਟੱਡੀਜ਼ ਕਰਨਾ ਚਾਹੁੰਦੇ ਨੇ, ਉਹ ਪੇਰੈਂਟਸ ਵੀ ਅੱਜ ਇਹ ਸ਼ੋਅ ਦੇਖਣ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਸੁਪਨਾ ਦੇਖ ਰਹੇ ਨੇ। ਨਾਲੇ ਕਈ ਠੱਗਾਂ ਦੇ ਹੱਥੋਂ ਠੱਗੇ ਜਾ ਚੁੱਕੇ ਨੇ ਆਲਰੇਡੀ, ਲੇਕਿਨ ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਕਾਫੀ ਕੁਝ ਗਾਈਡ ਕਰਨ ਵਾਲੇ ਹਾਂ। ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ, ਕਿਹੜਾ ਕੋਰਸ ਲੈ ਸਕਦੇ ਹੋ, ਕਿਹੜੀ ਕੰਟਰੀ ਜਾ ਸਕਦੇ ਹੈਗੇ ਹੋ, ਕਿਹੜੀ ਲੋਕੈਲਿਟੀ ਤੁਸੀਂ ਸਿਲੈਕਟ ਕਰ ਸਕਦੇ ਹੋ, ਇਹ ਤਮਾਮ ਤਰ੍ਹਾਂ ਦੀ ਚੀਜ਼ਾਂ ਨਾਲ ਦੀ ਨਾਲ ਜੇ ਰਿਫਿਊਜ਼ਲ ਹੈਗਾ ਹੈ, ਗੈਪ ਹੈਗਾ ਹੈ, ਇਹ ਚੀਜ਼ਾਂ ਵੀ ਆਪਾਂ ਡਿਸਕਸ ਕਰਾਂਗੇ। ਬਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਅੱਜ ਜਿਹੜੀ ਸ਼ਖਸੀਅਤ ਨੂੰ ਆਪਾਂ ਇੱਥੇ ਸੱਦਾ ਦਿੱਤਾ ਹੈਗਾ, ਇਨਵਾਈਟ ਕੀਤਾ ਹੈ, ਤੁਹਾਨੂੰ ਮੈਂ ਸਭ ਤੋਂ ਪਹਿਲੇ ਉਹਨਾਂ ਦੇ ਬਾਰੇ ਦੱਸ ਦਵਾਂ। ਉਹ ਆਪ ICCRC ਦੇ ਮੈਂਬਰ ਨੇ। ਇੰਨਾ ਹੀ ਨਹੀਂ, ਕੈਨੇਡੀਅਨ ਐਮਬੈਸੀ ਦੇ ਵੈਬਸਾਈਟ ਦੇ ਉੱਤੇ ਵੀ ਤੁਹਾਨੂੰ ਇਹਨਾਂ ਦਾ ਨਾਮ ਮਿਲ ਜਾਏਗਾ। ਹੋਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਆਪਾਂ ਸੁਣੀ ਸੁਣਾਈ ਗੱਲਾਂ, ਕੈਨੇਡਾ ਦੇ ਵਿੱਚ ਇਹ ਚੱਲ ਰਿਹਾ ਹੈ, ਉਹ ਚੱਲ ਰਿਹਾ ਹੈਗਾ, ਸੁਣੀ ਸੁਣਾਈ ਗੱਲਾਂ ਤੋਂ ਬਜਾਏ ਕਿ ਜਿਹੜੇ ਉੱਥੇ ਜਾ ਕੇ ਆਪ ਐਕਸਪੀਰੀਅੰਸ ਕਰਕੇ ਆਏ ਨੇ, ਉਹਨਾਂ ਦੇ ਮੂੰਹੋਂ ਉਹਨਾਂ ਦੀਆਂ ਗੱਲਾਂ ਜਾਂ ਐਕਸਪੀਰੀਅੰਸ ਸੁਣੀਏ, ਇਹ ਬੇਹੱਦ ਜ਼ਰੂਰੀ ਹੈਗਾ। ਸੋ ਕੈਨੇਡਾ ਤੋਂ ਖਾਸ ਸਾਡੇ ਸੱਦੇ ਉੱਤੇ ਇੱਥੇ ਆਏ ਨੇ। ਹੋਰ ਆ ਕੇ ਜਿਹੜੇ ਸਟੂਡੈਂਟਸ ਦੀ ਇਹ ਹੈਲਪ ਕਰਨਾ ਚਾਹੁੰਦੇ ਨੇ, ਇਹਨਾਂ ਦੀ ਮਨਸ਼ਾ, ਓਨੈਸਟੀ, ਟਰਾਂਸਪੇਰੈਂਸੀ ਤੁਹਾਨੂੰ ਬੇਹੱਦ ਪਸੰਦ ਆਉਣ ਵਾਲੀ ਹੈ। ਤੇ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਦੱਸਣ ਦੀ ਲੋੜ ਹੈਗੀ ਹੈ ਇਹਨਾਂ ਦੇ ਬਾਰੇ, ਕਿਉਂਕਿ ਤੁਸੀਂ ਆਪ ਇਹਨਾਂ ਨੂੰ ਜਾਣਦੇ ਹੋ ਇੰਨੇ ਸਾਲਾਂ ਤੋਂ। ਆਓ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਡਾਕਟਰ ਰਵੀ ਗਰਗ ਜੀ ਦਾ। ਬਹੁਤ ਬਹੁਤ ਸਵਾਗਤ ਹੈ ਸਰ। ਦਿਵਿਆ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜੇ ਚਿਰ ਜਿਹੜਾ ਹੈਗਾ ਕਰੋਨਾ ਕਰਕੇ ਕੈਨੇਡਾ ਵਿੱਚ ਸੀਗਾ, ਰੀਸੈਂਟਲੀ ਇੰਡੀਆ ਆ ਚੁੱਕਿਆ ਹੈਗਾ। ਬੜੇ ਸਾਰੇ ਮੇਰੇ ਦੋਸਤ, ਭਰਾ, ਭੈਣ, ਬੱਚੇ ਵੇਟ ਕਰਦੇ ਸੀਗੇ। ਮੈਸੇजेस ਮੈਨੂੰ ਆਉਂਦੇ ਸੀ ਫੇਸਬੁੱਕ, ਇੰਸਟਾਗ੍ਰਾਮ ਔਰ YouTube ਮੈਸੇजेस ਕਿ ਮਿਲਣਾ ਚਾਹੁੰਦੇ ਹੈਗੇ ਸਰ, ਗੱਲ ਕਰਨੀ ਹੈਗੀ ਹੈ। ਆਫ ਕੋਰਸ ਟੈਕਨੋਲੋਜੀ ਇੰਨੀ ਵਧੀਆ ਹੈਗੀ ਅੱਜ ਦੇ ਦਿਨ ਕਿ 200 ਬੰਦਿਆਂ ਦਾ ਗਰੁੱਪ ਬਣੇਗਾ WhatsApp 'ਤੇ, ਕੋਈ ਮੈਸੇਜ ਪਾਉਣਾ ਹੈ ਅਤੇ ਉਹਦੇ ਵਿੱਚ ਟਾਈਪ ਕਰਕੇ ਇੱਕ ਕਲਿੱਕ ਦੇ ਵਿੱਚ, ਇੱਕ ਸਕਿੰਟ ਦੇ ਵਿੱਚ 200 ਬੰਦਿਆਂ ਨੂੰ ਮੈਸੇਜ ਪਹੁੰਚ ਜਾਏਗਾ। ਈਮੇਲ 'ਤੇ ਹੋਰ ਜਿਨ੍ਹਾਂ ਨੂੰ ਪਤਾ ਉਹ ਪਤਾ, ਟੈਕਨੋਲੋਜੀ ਬਹੁਤ ਵਧੀਆ ਹੈਗੀ। ਬੜੇ ਵਧੀਆ ਯੁੱਗ ਦੇ ਵਿੱਚ ਅਸੀਂ ਜੀ ਰਹੇ ਹੈਗੇ ਹਾਂ ਅਤੇ ਉਸ ਦਾ ਫਾਇਦਾ ਲੈਂਦੇ ਹੋਏ ਹਰ ਇੱਕ ਆਫਿਸ ਦੇ ਕੈਮਰੇ ਲੱਗੇ ਹੋਏ ਨੇ। ਜਿੱਥੇ ਮਰਜ਼ੀ ਬੈਠ ਕੇ ਤੁਸੀਂ ਆਪਣੇ ਫੋਨ 'ਤੇ ਜਾਂ ਕੰਪਿਊਟਰ 'ਤੇ ਕੈਮਰੇ ਦੇਖ ਸਕਦੇ ਹੋ। ਇੱਕ ਇੱਕ ਗੱਲ 'ਤੇ ਮੇਰੀ ਨਿਗਾਹ ਸੀਗੀ ਜਿੰਨਾ ਚਿਰ ਵੀ ਮੈਂ ਕੈਨੇਡਾ 'ਚ ਸੀਗਾ। ਹਰ ਬੱਚੇ ਦਾ ਖਿਆਲ, ਕਿਉਂਕਿ ਜ਼ਿੰਮੇਵਾਰੀ ਦਾ ਅਹਿਸਾਸ। ICCRC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ, ਜਿੱਦਾਂ ਦਿਵਿਆ ਜੀ ਨੇ ਦੱਸਿਆ, ਔਰ ਉਸ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਬੱਚਿਆਂ ਦੇ ਕੈਰੀਅਰ ਦੀ, ਬੱਚਿਆਂ ਦੀ ਲਾਈਫ ਬਣਾਉਣ ਦੀ। ਉਸ ਨੂੰ ਪ੍ਰੋਫੈਸ਼ਨਲ ਹੋਣ ਦੇ ਨਾਤੇ ਡਾਕਟਰੀ ਕੀਤੀ, ਹਸਪੀਟਲ ਚਲਾਇਆ, ICCRC ਮੈਂਬਰ ਬਣੇ। ਕੈਨੇਡਾ ਐਮਬੈਸੀ ਦੇ ਵੈਬਸਾਈਟ 'ਤੇ ICCRC ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ, ਉਸ ਦੇ ਵੈਬਸਾਈਟ 'ਤੇ ਨਾਮ 'ਤੇ 2003 ਤੋਂ ਤੁਹਾਡੀਆਂ 100% ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਓਨੈਸਟ, ਟਰਾਂਸਪੇਰੈਂਟ ਸਰਵਿਸਿਜ਼ ਦੀ ਦਿੰਦੇ ਹੋਏ ਤੁਹਾਡੀ ਜਿਹੜੀ ਬੱਚਿਆਂ ਦੇ ਕੈਰੀਅਰ ਦਾ ਜਿਹੜਾ ਉਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਸ ਨੂੰ ਧਿਆਨ 'ਚ ਰੱਖਦੇ ਹੋਏ ਉੱਥੇ ਬੈਠ ਕੇ ਵੀ ਖਿਆਲ ਕੀਤਾ। ਔਰ ਹੁਣ ਪਰਸਨਲੀ ਮਿਲਣ ਵਾਸਤੇ ਸਟੂਡੈਂਟਸ ਨੂੰ ਅਲੱਗ-ਅਲੱਗ ਸਾਰੇ ਆਫਿਸਿਸ ਦੇ ਵਿੱਚ ਜਾ ਕੇ ਪਰਸਨਲੀ ਮਿਲਣਾ। ਫਿਰ ਵੀ ਬਹੁਤ ਸਾਰੇ ਲੋਕ ਪਰਸਨਲੀ ਮਿਲਣਾ ਚਾਹੁੰਦੇ ਸੀ। ਬਹੁਤ ਸਾਰੇ ਲੋਕਾਂ ਦੇ ਵੀਜ਼ੇ ਲੱਗੇ ਔਰ ਇਹਨਾਂ ਜਿਹੜੇ ਕਰੋਨਾ ਵਿੱਚ ਊਂਚ ਨੀਚ ਹੋਈ, ਬੜਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਟੂਡੈਂਟਸ ਨੂੰ ਜਾਂ ਹੋਰ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਪਾਊਸ ਵੀਜ਼ਾ ਵਾਲਿਆਂ ਨੂੰ। ਉਹ ਜਿਹੜਾ ਹੈਗਾ ਉਹ ਜਿਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਔਰ ਬਾਅਦ 'ਚ ਠੀਕ ਹੋ ਗਏ, ਵੀਜ਼ੇ ਲੱਗ ਗਏ, ਧੰਨਵਾਦ ਕਰਨਾ ਚਾਹੁੰਦੇ ਸੀ, ਮਿਲ ਕੇ ਫੋਟੋ ਖਿਚਵਾਉਣਾ ਚਾਹੁੰਦੇ ਸੀਗੇ। ਔਰ ਜਿਨ੍ਹਾਂ ਦੇ ਕੰਪਲਿਕੇਟਿਡ ਕੇਸਿਸ ਨੇ, ਕਈ ਵਾਰ ਰਿਫਿਊਜ਼ਲ ਨੇ, ਘਬਰਾਏ ਹੋਏ ਨੇ, ਉਹ ਮਿਲਣਾ ਚਾਹੁੰਦੇ ਨੇ, ਉਹਨਾਂ ਨੂੰ ਮਿਲਣ ਵਾਸਤੇ ਹਾਜ਼ਰ। ਔਰ ਡੇਟਾ ਮੈਂ ਫਿਕਸ ਕਰ ਚੁੱਕਿਆ ਹੈਗਾ। 17 ਨੂੰ ਫਿਰੋਜ਼ਪੁਰ, 19 ਨੂੰ ਮੋਗਾ ਔਰ 20 ਨੂੰ ਲੁਧਿਆਣਾ, 24 ਨੂੰ ਜਲੰਧਰ ਔਰ 26 ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਿਲੂੰਗਾ। 70613 70613 ਜਿਹੜਾ ਕੰਪਨੀ ਦਾ ਸੈਂਟਰਲ ਨੰਬਰ ਹੈਗਾ, ਉੱਥੇ ਕਾਲ ਕਰਕੇ ਇੱਕ ਵਾਰੀ ਫਿਰ ਵੀ ਆਉਣ ਤੋਂ ਪਹਿਲਾਂ ਕਨਫਰਮ ਕਰ ਲੈਣਾ। ਟਾਈਮ ਫਿਕਸ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ। ਵੇਟ ਕਰਨੀ ਪਏਗੀ ਉੱਥੇ। ਪਲੀਜ਼ ਥੋੜ੍ਹਾ ਜਿਹਾ ਹੌਸਲੇ ਨਾਲ ਆਉਣਾ ਔਰ ਟਾਈਮ ਕੱਢ ਕੇ ਆਉਣਾ। ਆਪਣੇ ਸਾਰੇ ਕਾਗਜ਼ ਨਾਲ ਲੈ ਕੇ ਆਉਣਾ। ਮੈਂ
ਦਿਲੋਂ ਤੁਹਾਡੀ ਸੇਵਾ 'ਚ ਹਾਜ਼ਰ ਜੀ। ਚਲੋ ਇਹ ਤਾਂ ਸਰ ਨੇ ਦੱਸ ਦਿੱਤਾ ਕਿ ਤੁਸੀਂ ਪਰਸਨਲੀ ਉਹਨਾਂ ਨੂੰ ਕਿੱਥੇ ਮਿਲ ਸਕਦੇ ਹੋ। ਫਿਲਹਾਲ ਇਹਦੇ ਨੰਬਰ ਜਿਹੜੇ ਹੈਗੇ ਤੁਹਾਡੇ ਟੀਵੀ ਸਕਰੀਨਸ ਦੇ ਉੱਤੇ ਫਲੈਸ਼ ਹੁੰਦੇ ਪਏ ਨੇ, ਉਹ ਨੰਬਰਸ ਵੀ ਨੋਟ ਕਰਨਾ ਨਾ ਭੁੱਲਿਓ, ਕਿਉਂਕਿ ਇਸ ਸ਼ੋਅ ਦੇ ਵਿੱਚ ਮੇਰੀ ਕੋਸ਼ਿਸ਼ ਰਹੇਗੀ ਤੁਹਾਡੇ ਵੱਲੋਂ ਕਾਫੀ ਹੱਦ ਤੱਕ ਸਵਾਲ ਮੈਂ ਪੁੱਛਾਂ, ਲੇਕਿਨ ਐਦਾਂ ਵੀ ਹੁੰਦਾ ਕਿ ਤੁਸੀਂ ਵੀ ਪੁੱਛਣਾ ਚਾਹੁੰਦੇ ਹੋ, ਫਿਰ ਉਹ ਸਵਾਲ ਪਰਸਨਲੀ ਮਿਲ ਕੇ ਪੁੱਛ ਸਕਦੇ ਹੋ। ਪਰਸਨਲੀ ਮਿਲ ਕੇ ਤੁਸੀਂ ਆਪਣੇ ਮਾਈਂਡ ਦੀ ਕਲੈਰਿਟੀਜ਼ ਕਲੀਅਰ ਕਰ ਸਕਦੇ ਹੈਗੇ ਹੋ। ਸਰ ਤੁਸੀਂ ਆਪ ਵੀ ਕੈਨੇਡੀਅਨ ਰੈਜ਼ੀਡੈਂਟ ਹੈਗੇ ਹੋ, ਹੈ ਨਾ। ਆਫਟਰ ਕੋਵਿਡ ਉੱਥੇ ਦੀ ਕੀ ਸਿਚੁਏਸ਼ਨ ਹੈ, ਕੀ ਸਿਨੈਰੀਓ ਫਿਲਹਾਲ ਕਰੰਟਲੀ ਚੱਲ ਰਿਹਾ, ਸਾਡੇ ਆਡੀਅנס ਨੂੰ ਇਹ ਦੱਸੋ। ਬਿਲਕੁਲ ਦਿਵਿਆ ਜੀ, ਇਸ ਵਕਤ ਜਿਹੜਾ ਹੈ ਆਪਣੇ ਇੰਡੀਆ ਦੇ ਵਿੱਚ ਬਲਕਿ ਕੋਰੋਨਾ ਜਿਹੜਾ ਘਟਿਆ ਹੋਇਆ, ਕਾਫੀ ਹੱਦ ਤੱਕ ਮਾਤ ਦੇ ਦਿੱਤੀ ਹੈਗੀ ਆ, ਉਹਨੂੰ ਹਾਰ ਦੇ ਦਿੱਤੀ ਹੈਗੀ ਆ, ਔਰ ਡਿਸਟੈਂਸਿੰਗ ਵੀ ਘਟੀ ਹੋਈ ਆ, ਬਹੁਤ ਘੱਟ ਲੋਕ ਮਾਸਕ ਪਾ ਰਹੇ ਆ, ਕੋਈ ਡਰ ਵਾਲਾ ਮਾਹੌਲ ਨਹੀਂ ਹੈਗਾ। ਲੇਕਿਨ ਅਨਫੋਰਚੂਨੇਟਲੀ ਕੈਨੇਡਾ ਦੇ ਵਿੱਚ ਥੋੜੇ ਜਿਹੇ ਨੰਬਰ ਵਧੇ ਹੋਏ ਨੇ, ਉਸ ਨੂੰ ਲੈ ਕੇ ਬਚਾਵ ਦੇ ਕਰਕੇ ਕੋਈ ਉੱਥੇ ਘਬਰਾਉਣ ਵਾਲੀ, ਟੈਨਸ਼ਨ ਵਾਲੀ, ਆਫਤ ਵਾਲੀ ਗੱਲ ਕੁਝ ਨਹੀਂ ਹੈ। ਲੇਕਿਨ ਗਵਰਨਮੈਂਟ ਜਿਹੜੀ ਆ ਉੱਥੇ ਦੀ ਹੋਰ ਵੀ ਜ਼ਿਆਦਾ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਲਾਕਡਾਊਨ ਹੋਇਆ ਦਾ ਮਤਲਬ ਇਹ ਕਿ ਸਿਰਫ ਜ਼ਰੂਰੀ ਚੀਜ਼ਾਂ ਵਾਸਤੇ ਹੀ, ਐਸੈਂਸ਼ੀਅਲ ਆਈਟਮਸ ਔਰ ਐਸੈਂਸ਼ੀਅਲ ਵਰਕ ਵਾਸਤੇ ਹੀ ਬਾਹਰ ਲੋਕਾਂ ਨੂੰ ਜਾਣਾ ਅਲਾਉਡ ਹੈਗਾ, ਅਦਰਵਾਈਜ਼ ਘਰੇ ਰਹਿਣ ਦੀ ਹਦਾਇਤ ਹੈਗੀ ਹੈ। ਤੇ ਲੇਕਿਨ ਇਹ ਕਿ ਗਵਰਨਮੈਂਟ ਦੀ ਪੂਰੀ ਜਿਹੜੀ ਸਪੋਰਟ ਔਰ ਖਾਸ ਤੌਰ ਤੇ PR ਸਿਟੀਜ਼ਨਸ ਨੂੰ ਤਾਂ ਬਹੁਤ ਹੀ ਜ਼ਿਆਦਾ, ਲੇਕਿਨ ਮੈਂ ਇਹ ਜਿਹੜਾ ਚੰਗੀ ਚੀਜ਼ ਦੇਖੀ ਉੱਥੇ ਰਹਿੰਦੇ ਹੋਇਆ ਕਿ ਬਹੁਤ ਸਾਰੀ ਐਸੋਸੀਏਸ਼ਨਸ ਨੇ, ਹਿੰਦੂ ਟੈਂਪਲਸ ਦੀ ਐਸੋਸੀਏਸ਼ਨ ਨੇ, ਗੁਰਦੁਆਰਾ ਐਸੋਸੀਏਸ਼ਨਸ ਨੇ, ਹੋਰ ਬੜੀ ਸਾਰੀ ਸੋਸ਼ਲ ਐਸੋਸੀਏਸ਼ਨ ਨੇ। ਸਾਰਿਆਂ ਨੂੰ ਪਤਾ ਜਿਹੜੇ PR ਸਿਟੀਜ਼ਨ ਨੇ ਉਹਨਾਂ ਨੂੰ ਤਾਂ ਖਾਸ ਤੌਰ ਤੇ ਵੈਸੇ ਵੀ ਕਮਾਈ ਹੈਗੀ ਆ, ਔਰ ਗਵਰਨਮੈਂਟ ਵੱਲੋਂ ਬਹੁਤ ਜ਼ਿਆਦਾ ਸਪੋਰਟ ਸੀ। ਈਵਨ ਇਫ ਕਿ ਜੌਬ ਕਿਸੇ ਦੀ ਚਲੀ ਗਈ ਤੇ ਗਵਰਨਮੈਂਟ ਨੇ 2000 ਜਾਂ ਉਸ ਤੋਂ ਵੱਧ ਡਾਲਰ ਮਿਨੀਮਮ ਜਿਹੜੇ ਨੇ ਉਹਨਾਂ ਦੇ ਅਕਾਊਂਟ 'ਚ ਪਾਏ। ਬਿਜ਼ਨਸ ਵਾਲਿਆਂ ਨੂੰ ਬੜਾ 40-40 ਹਜ਼ਾਰ 20-20 ਡਾਲਰ ਦੀ ਹੈਲਪ ਕੀਤੀ ਕਿ ਕੁਛ ਉਹਦੇ ਵਿੱਚੋਂ ਮਾਫ ਹੋ ਜਾਣਾ, ਕੁਛ ਦੇਣਾ ਅਗਲੇ 3-4 ਸਾਲਾਂ 'ਚ ਹੌਲੀ-ਹੌਲੀ ਮੋੜਨਾ। ਬੜੀ ਤਰ੍ਹਾਂ ਦੀ ਉਹਨਾਂ ਨੂੰ ਜਿਹੜੀ ਹੈ ਹੈਲਪ ਕੀਤੀ। ਤੇ ਉਹਨਾਂ ਨੇ ਜਿਹੜਾ ਇਹ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟਸ ਦਾ ਪਤਾ ਸੀਗਾ ਵੀ ਕਈਆਂ ਦੀ ਥੋੜ੍ਹੀ ਜਿਹੀ ਜੋਬਾਂ ਘਟੀਆਂ, ਆਵਜ਼ ਘਟੇ, ਕਮਾਈਆਂ ਘਟੀਆਂ, ਤੇ ਉਹਨਾਂ ਦੀ ਪੂਰੀ ਹੈਲਪ ਕੀਤੀ, ਰਲ ਮਿਲ ਕੇ ਬਹੁਤ ਜਿਹੜਾ ਕੇਅਰ ਕੀਤੀ। ਔਰ ਲੇਕਿਨ ਇਹ ਕਿ ਫਿਰ ਵੀ ਜਿਹੜਾ ਸਟੂਡੈਂਟਸ ਵਾਰਾ ਜਿਹੜੇ ਨੇ ਜ਼ਿਆਦਾਤਰ ਜਿਹੜੇ ਮੇਰੇ ਲਿੰਕ 'ਚ ਰਹੇ, ਮੈਂ ਪਰਸਨਲੀ ਉਹਨਾਂ ਦੇ ਟੱਚ 'ਚ ਬੜੇ ਸਾਰੇ ਸਟੂਡੈਂਟਸ ਦੇ ਸੀਗਾ, ਕੰਮ ਸਟੂਡੈਂਟਸ ਨੂੰ ਮਿਲਦੇ ਰਹੇ, ਚੱਲਦੇ ਰਹੇ, ਔਰ ਕਿਸੇ ਨੂੰ ਕੋਈ ਰੁਕਾਵਟ ਔਰ ਪਰੇਸ਼ਾਨੀ ਨਹੀਂ ਆਈ, ਔਰ ਚੰਗਾ ਰਹਾ ਮਾਹੌਲ। ਜੀ ਸਰ, ਤੁਸੀਂ ਕੈਨੇਡਾ ਦਾ ਹਾਲ ਸਾਨੂੰ ਦੱਸਿਆ, ਲੇਕਿਨ ਪਤਾ ਨਹੀਂ ਤੁਸੀਂ ਆਪ ਕੈਨੇਡਾ ਦੇ ਵਿੱਚ ਸੀਗੇ, ਤੁਹਾਨੂੰ ਇੰਡੀਆ ਦਾ ਹਾਲ ਪਤਾ ਜਾਂ ਨਹੀਂ ਪਤਾ। ਮੈਂ ਤੁਹਾਨੂੰ ਦੱਸਦੀ ਹਾਂ, ਇੱਥੇ ਜਦ ਕਰੋਨਾ ਦੇ ਟਾਈਮ ਤੇ ਲਾਕਡਾਊਨ ਸਟਾਰਟ ਹੋਇਆ, ਬਹੁਤ ਸਾਰੇ ਬੱਚਿਆਂ ਦੀ ਆਲਰੇਡੀ ਫਾਈਲ ਲੱਗੀ ਹੋਈ ਸੀਗੀ, ਬੜੇ ਸਾਰੇ ਏਜੰਟਸ ਨੇ ਫੋਨ ਚੱਕਣੇ ਬੰਦ ਕਰਤੇ, ਬੱਚੇ ਘਬਰਾ ਗਏ, ਪੈਨਿਕ ਸਿਚੁਏਸ਼ਨ ਹੋ ਗਈ, ਹੋਰ ਬਹੁਤ ਸਾਰੇ ਬੱਚਿਆਂ ਦੀ ਫੀਸਾਂ ਵੀ ਮਰੀਆਂ, ਉਹਨਾਂ ਨੂੰ ਡਬਲ ਪੇ ਕਰਨਾ ਪਿਆ। ਸੋ ਉਸ ਕੇਸ ਦੇ ਵਿੱਚ ਬੱਚੇ ਬੜੇ ਜ਼ਿਆਦਾ ਡਿਪਰੈਸ਼ਨ 'ਚ ਆ ਚੁੱਕੇ ਨੇ, ਉਸ ਤੋਂ ਜ਼ਿਆਦਾ ਪ੍ਰੈਸ਼ਰ ਉਹਨਾਂ ਦੇ ਮਾਪਿਆਂ ਤੇ ਹੈਗਾ ਜਿਨ੍ਹਾਂ ਦੇ ਪੈਸੇ ਲੱਗ ਚੁੱਕੇ ਨੇ। ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ? ਬਿਲਕੁਲ, ਦੇਖੋ ਦਿਵਿਆ ਜੀ, ਇੱਕ ਗੱਲ ਮੈਂ ਕਹਿਣਾ ਚਾਹੁੰਦਾ ਦਿਲੋਂ, ਕਹਿੰਦੇ ਦੇਖੋ WhatsApp ਤੇ ਅੱਜ ਕੱਲ੍ਹ ਇੰਨਾ ਹੋਏਗਾ, WhatsApp ਵਗੈਰਾ ਤੇ ਹਰ ਥਾਂ ਤੇ ਮੈਸੇजेस ਆਉਂਦੇ ਨੇ, ਇੰਸਟਾਗ੍ਰਾਮ, ਫੇਸਬੁੱਕ, ਤੁਹਾਨੂੰ ਪਤਾ ਹੈ ਬੜੇ ਛੋਟੇ ਮੈਸੇਜ ਬਹੁਤ ਵਧੀਆ। ਕਹਿੰਦੇ ਲਾਟਰੀ ਸਿਰਫ ਪੈਸਿਆਂ ਦੀ ਨਹੀਂ ਨਿਕਲਦੀ, ਚੰਗੇ ਬੰਦੇ ਦਾ ਮਿਲਣਾ ਵੀ ਇੱਕ ਲਾਟਰੀ ਦੀ ਤਰ੍ਹਾਂ ਹੀ ਹੈ। ਰਾਈਟ। ਸੋ ਉਹ ਜਿਹੜਾ ਹੈ ਮੇਰੀ ਖਾਸ ਇਸ ਗੱਲ ਨੂੰ ਲੈ ਕੇ ਐਡਵਾਈਸ ਕਿ ਕੋਈ ਵੀ ਕੰਮ ਕਰਾਉਣਾ, ਕਿ ਗੱਡੀ ਠੀਕ ਕਰਾਉਣੀ ਹੈ ਜਾਂ ਕੋਈ ਹੋਰ ਜਿਹੜਾ ਹੈਗਾ ਕਿਸੇ ਚੀਜ਼ ਤੋਂ ਕੋਈ ਖਰੀਦਣਾ ਹੈਗਾ, ਮਕਾਨ ਬਣਾਉਣਾ ਹੈਗਾ, ਕੋਈ ਚੀਜ਼ ਖਰੀਦਣੀ ਹੈਗੀ ਹੈ, ਬੰਦਾ ਸੋਚ ਸਮਝ ਕੇ ਚੁਣੋ। ਖਾਸ ਤੌਰ ਤੇ ਇਮੀਗ੍ਰੇਸ਼ਨ ਦੀ ਸਟੱਡੀ ਵੀਜ਼ਾ ਦੀ ਗੱਲ ਕਰੀਏ, ਫਿਰ ਉਹੀ ਲੱਖਾਂ ਰੁਪਏ ਇਨਵੋਲਵਡ ਹੁੰਦੇ ਨੇ, ਤੇ ਆਫ ਕੋਰਸ ਜਿਹੜਾ ਹੈ ਰਿਸਰਚ ਕਰਕੇ, ਧਿਆਨ ਦੇ ਕੇ, ਇਮਾਨਦਾਰ, ਚੰਗਾ, ਵਧੀਆ ਕੰਸਲਟੈਂਟ ਚੂਜ਼ ਕਰ ਲਿਆ ਤੇ ਇਹਨਾਂ ਚੀਜ਼ਾਂ ਤੋਂ ਬਚਾਂਗੇ। ਪ੍ਰੋਫੈਸ਼ਨਲ ਹੋਣਾ ਜ਼ਰੂਰੀ ਹੈਗਾ, ਐਥੀਕਲ ਜਿਹੜਾ ਵਰਡ ਹੈਗਾ, ਓਨੈਸਟ ਹੋਣਾ ਜ਼ਰੂਰੀ ਹੈਗਾ। ਔਰ ਦਿਵਿਆ ਜੀ, ਜਿਹੜੀ ਤੁਸੀਂ ਗੱਲ ਕੀਤੀ ਜੀ, ਜਿਹੜਾ ਕਰੋਨਾ ਦੇ ਵਿੱਚ ਅਦਰਵਾਈਜ਼ ਕੀ ਹੁੰਦਾ, ਅਸੀਂ ਕਾਗਜ਼ ਲਿੱਤੇ, ਕਾਲਜ ਨੂੰ ਭੇਜੇ, ਆਫਰ ਲੈਟਰ ਆਈ, ਫੀਸਾਂ ਜਮ੍ਹਾਂ ਕਰਾਈਆਂ, ਕਾਗਜ਼ ਇਕੱਠੇ ਕਰਕੇ ਅੰਬੈਸੀ ਨੂੰ ਦਿੱਤੇ, ਵੀਜ਼ਾ ਲੱਗਿਆ, ਬੱਚਾ ਚਲਾ ਗਿਆ। ਇਹ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀਗਾ, ਕੋਈ ਖਾਸ ਗੱਲ ਇੰਨੀ ਵੱਡੀ ਨਹੀਂ ਹੁੰਦੀ ਸੀਗੀ। ਔਰ ਹੁਣ ਲੇਕਿਨ ਇਹ ਕਰੋਨਾ ਦੇ ਵਿੱਚ ਦੇਖੋ VFS ਬੰਦ ਹੋ ਗਿਆ, ਅੰਬੈਸੀ ਬੰਦ ਹੋ ਗਈ, ਬਾਇਓਮੈਟ੍ਰਿਕਸ ਨਹੀਂ ਹੋਏ, ਔਰ ਕਈ ਮਹੀਨੇ ਕਈ ਕੁਛ ਬੰਦ ਰਿਹਾ। ਔਰ ਉਹਦੇ ਵਿੱਚੋਂ ਬੱਚੇ ਦੇ ਇਨਟੇਕ ਫਿਕਸਡ ਸੀਗੇ ਵੀ ਮਈ 2020 ਸੀਗਾ, ਕੁਛ ਨਹੀਂ ਹੋਇਆ, ਬੱਚਿਆਂ ਦੀ ਫਾਈਲਾਂ ਇਨ ਪ੍ਰੋਸੈਸ ਚੱਲਦੀਆਂ ਪਈਆਂ। ਅੱਗੇ ਕੀ ਹੋਏਗਾ, ਕਾਲਜ ਨੂੰ ਕੋਰਸਪੋਂਡੈਂਸ ਕਰਨੀ, ਗੱਲਬਾਤ ਕਰਨੀ, ਡੈਫਰਮੈਂਟ ਲੈਣੀ, ਅਗਲੇ ਇਨਟੇਕ ਵਾਸਤੇ ਕੀ ਆਫਰ ਲੈਟਰ ਲੈਣੀ, ਫੀਸਾਂ ਅੱਗੇ ਟ੍ਰਾਂਸਫਰ ਕਰਨੀਆਂ, ਔਰ ਕਾਲਜ ਨਾਲ ਸਾਰੀ ਗੱਲਬਾਤ। ਔਰ ਉਹ ਉਸ ਦੇ ਫਿਰ ਨਹੀਂ ਆਇਆ, ਸਤੰਬਰ 2020 'ਚ ਨਹੀਂ ਆਇਆ, ਫਿਰ ਜਨਵਰੀ 2021 ਦੇ ਵਿੱਚ ਲੈ ਕੇ ਗਏ। ਸੋ ਇਹ ਉਹਨਾਂ ਦੇ ਕਾਲਜਾਂ ਦੇ ਅੱਡ-ਅੱਡ ਰੂਲ। ਕਈ ਕਾਲਜ ਕਹਿ ਰਹੇ ਸੀਗੇ ਕਿ AIP ਦੇ ਨਾਲ ਹੀ ਲਾਣ ਦੇਵਾਂਗੇ, AIP ਤੋਂ ਬਗੈਰ ਅਸੀਂ ਨਹੀਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਲਾਣ ਦੇਵਾਂਗੇ। ਕਈ ਕਹਿੰਦੇ ਸੀਗੇ ਜੀ ਤੁਹਾਡਾ ਸਿਰਫ ਐਪਲੀਕੇਸ਼ਨ ਜਿਹੜੀ ਹੈਗੀ ਐਮਬੈਸੀ 'ਚ ਲੱਗੀ ਹੈ, ਤੁਸੀਂ ਆਨਲਾਈਨ ਕਲਾਸਾਂ ਲਾ ਲਓ, ਕੋਈ ਗੱਲ ਨਹੀਂ।
ਤੇ ਕਈ ਕਹਿੰਦੇ ਸੀ ਜੀ AIP ਦੇ ਨਾਲ ਵੀ ਨਹੀਂ ਲਾਣੀ, ਸਿਰਫ ਵੀਜ਼ਾ ਫਾਈਨਲ ਹੋਏਗਾ ਫੇਰ ਹੀ ਲਵਾਂਗੇ। ਸੋ ਅੱਡ-ਅੱਡ ਕਾਲਜਾਂ ਦੇ ਅੱਡ-ਅੱਡ ਰੂਲ, ਅੱਡ-ਅੱਡ ਡੇਟਾਂ, ਅੱਡ-ਅੱਡ ਉਹਨਾਂ ਦੀਆਂ ਡੈਡਲਾਈਨਾਂ ਵੀ ਇੰਨੀ ਤਰੀਕ ਤੱਕ ਤੁਸੀਂ ਸਾਨੂੰ ਡੈਫਰਮੈਂਟ ਵਾਸਤੇ ਪਾ ਦੇਣੀ, ਨਹੀਂ ਤਾਂ ਤੁਹਾਡਾ ਪੈਸੇ ਗਏ। ਔਰ ਰਿਫਿਊਜ਼ਲ ਦੀ ਅੱਡ-ਅੱਡ ਡੈਡਲਾਈਨਸ ਕਿ ਅਗਰ ਤੁਹਾਡੀ ਰਿਫਿਊਜ਼ਲ ਆ ਗਈ ਇੰਨੀ ਤਰੀਕ ਤੱਕ ਦੱਸੋਗੇ ਤਾਂ ਤੁਹਾਡੇ ਪੈਸੇ ਮੁੜ ਜਾਣਗੇ, ਜੇ ਉਹ ਡੇਟ ਟੱਪ ਗਈ ਤਾਂ ਤੁਹਾਡੇ ਪੈਸੇ ਗਏ ਜਿਹੜੇ ਖਤਮ ਹੋ ਜਾਣਗੇ। ਸੋ ਉਹਦੇ ਵਿੱਚ ਕੀ ਚੀਜ਼ ਦੀ ਲੋੜ ਹੈ? ਪੜ੍ਹੇ ਲਿਖੇ, ਸਿਆਣੇ, ਸਮਝਦਾਰ ਔਰ ਚੰਗੇ ਕੰਸਲਟੈਂਟ ਦੀ ਲੋੜ ਸੀਗੀ, ਧਿਆਨ ਵਾਲੇ ਜਿਹੜੇ ਕਿ ਪ੍ਰੋਫੈਸ਼ਨਲ ਕੰਸਲਟੈਂਟ ਜਿਹੜੇ ਧਿਆਨ ਦੇਣ ਤਰੀਕਾਂ ਦੇ ਉੱਪਰ ਔਰ ਡੈਡਲਾਈਨਸ 'ਤੇ, ਔਰ ਉਹ ਸਾਰੇ ਰੂਲਸ ਰੈਗੂਲੇਸ਼ਨ ਡੈਡਲਾਈਨਸ ਨੂੰ ਕਨਵੇ ਕੀਤਾ ਜਾਵੇ, ਸਟੂਡੈਂਟਸ ਤੱਕ ਦੱਸਿਆ ਜਾਵੇ, ਔਰ ਉਹਨਾਂ ਦੇ ਫੈਸਲੇ ਨੂੰ ਲੈ ਕੇ ਗੱਲਬਾਤ ਕਰਕੇ ਔਰ ਰਿਟਨ ਦੇ ਵਿੱਚ ਗੱਲ ਕਰਕੇ ਕਾਲਜ ਨੂੰ ਪਹੁੰਚਾਇਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਇਹਨਾਂ ਚੀਜ਼ਾਂ ਦਾ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਇਹਦੇ ਵਿੱਚ ਮੈਂ ਦੇਵਾ ਜੀ ਇੱਕ ਬੜੀ ਛੋਟੀ ਜੀ ਸਿੰਪਲ ਇੱਕ ਐਗਜ਼ਾਮਪਲ ਦਿੰਦਾ ਹੈਗਾ ਵੀ ਕਈ ਵਾਰੀ ਅਸੀਂ ਜਾਂਦੇ ਹਾਂ ਮੇਨ ਰੋਡ ਟੁੱਟਿਆ ਹੋਇਆ ਹੈਗਾ ਜੀ, ਤੇ ਡਰਾਈਵਰ ਫਿਰ ਕੀ ਕਰਦਾ ਹੈਗਾ ਕਿ ਸਾਈਡ ਦੇ ਕਰਕੇ ਪਿੰਡਾਂ ਦੇ ਵਿੱਚੋਂ ਟੁੱਟੇ ਫੁੱਟੇ ਰਸਤੇ ਦੇ ਵਿੱਚੋਂ ਕੱਢ ਕੇ ਲੈ ਜਾਂਦਾ ਗੱਡੀ, ਤੇ ਤੁਹਾਨੂੰ ਜਿਹੜਾ ਹੈ ਅੱਗੇ ਲਿਜਾ ਕੇ ਆਪਣੇ ਤੁਹਾਡੇ ਡੈਸਟੀਨੇਸ਼ਨ ਤੇ ਤੁਹਾਡੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਪਹੁੰਚਾਉਂਦਾ। ਸੋ ਉੱਥੇ ਜਿਹੜਾ ਹੈਗਾ ਇੱਕ ਤਾਂ ਗੱਲ ਇਹ ਕਿ ਝਟਕੇ ਲੱਗਦੇ ਨੇ ਤੇ ਉਹਦੇ 'ਚ ਡਰਾਈਵਰ ਦਾ ਕਸੂਰ ਨਹੀਂ ਹੈਗਾ। ਕਈ ਵਾਰੀ ਅਸੀਂ ਇਹ ਗੱਲ ਨਹੀਂ ਕਿ ਸਾਰੇ ਜਿਹੜਾ ਕਈ ਵਾਰੀ ਅੜਚਨਾਂ ਬਹੁਤ ਆਈਆਂ, ਪਰੇਸ਼ਾਨੀਆਂ ਬਹੁਤ ਆਈਆਂ, ਔਰ ਹਰ ਇੱਕ ਕੰਸਲਟੈਂਟ ਦੇ ਕੋਲੇ ਆਈਆਂ ਦਿੱਕਤਾਂ, ਲੇਕਿਨ ਆਪਾਂ ਸਿਰਫ ਇਹੀ ਗੱਲ ਕਹਿ ਦੇਣੀ ਕਿ ਕੰਸਲਟੈਂਟ ਸਾਰੇ ਮਾੜੇ ਸੀਗੇ, ਇਹ ਵੀ ਨਹੀਂ ਸੀਗਾ। ਦਿੱਕਤਾਂ ਆਈਆਂ ਕਰੋਨਾ ਦੇ ਕਰਕੇ ਹੋਈਆਂ, ਨੈਚੁਰਲ ਸੀਗੀਆਂ, ਔਰ ਅੰਬੈਸੀਆਂ ਬੰਦ, ਸਭ ਕੁਝ ਬੰਦ। ਸੋ ਉਹ ਝਟਕੇ ਜਿਹੜੇ ਗੱਡੀ ਦੀ ਗੱਲ ਕਰ ਰਹੇ ਹਾਂ, ਸਿਰਫ ਡਰਾਈਵਰ ਦਾ ਕਸੂਰ ਨਹੀਂ ਸੀਗਾ, ਦੇ ਵਰ ਨੈਚੁਰਲ, ਟੇਕ ਇਟ ਈਜ਼ੀ। ਲੇਕਿਨ ਇਹ ਸਾਰੇ ਪਰੇਸ਼ਾਨੀਆਂ ਵਿੱਚੋਂ ਕੱਢ ਕੇ ਡਰਾਈਵਰ ਦਾ ਲੈ ਜਾਣਾ, ਤੁਹਾਨੂੰ ਸਹੀ ਤਰੀਕੇ ਨਾਲ ਆਪਣੀ ਤੁਹਾਡੀ ਡੈਸਟੀਨੇਸ਼ਨ ਤੇ ਪਹੁੰਚਾ ਦੇਣਾ, ਇਹ ਇੱਕ ਐਕਸਪਰਟ ਡਰਾਈਵਰ ਦਾ ਹੀ ਕੰਮ ਹੈਗਾ ਸੀਗਾ। ਮਾੜਾ ਬੰਦਾ ਹੋਵੇ ਤਾਂ ਉਹ ਫਿਰ ਰਾਹ 'ਚ ਹੀ ਗਵਾਚ ਜੂਗਾ। ਦਾ ਮਤਲਬ ਇਹ ਕਿ ਇੱਕ ਐਕਸਪਰਟ ਬੰਦਾ, ਜਿਹੜੀ ਮੈਂ ਗੱਲ ਕੀਤੀ ਸੀ ਕਿ ਲਾਟਰੀ ਨਿਕਲਣ ਵਾਲੀ ਗੱਲ, ਕਿ ਚੰਗਾ ਬੰਦਾ ਚੂਜ਼ ਕਰਨਾ ਜ਼ਰੂਰੀ ਹੈਗਾ, ਤਾਂ ਹੀ ਤੁਸੀਂ ਆਪਣੇ ਜਿਹੜਾ ਤੁਹਾਡੇ ਸੁਪਨੇ ਪੂਰੇ ਹੋਣਗੇ। ਐਬਸੋਲੂਟਲੀ। ਇਹਨਾਂ ਦੇ ਨੰਬਰ ਤੁਹਾਡੀ ਟੀਵੀ ਸਕਰੀਨਸ ਤੇ ਫਲੈਸ਼ ਹੋ ਰਹੇ ਨੇ, ਜੋ ਤੁਸੀਂ ਪਰਸਨਲੀ ਇਹਨਾਂ ਨੂੰ ਮਿਲ ਕੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਇਹਨਾਂ ਨੰਬਰਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਜਸਟ ਇੱਕ ਫੋਨ ਕਾਲ ਅਵੇ ਹੈਗੇ ਹੋ ਆਪਣਾ ਕਰੀਅਰ ਬਣਾਉਣ ਨੂੰ ਲੈ ਕੇ, ਜਾਂ ਇੰਟਰਨੈਸ਼ਨਲ ਸਟੱਡੀਜ਼ ਦਾ ਜਿਹੜਾ ਤੁਹਾਡਾ ਸੁਪਨਾ ਉਹ ਪੂਰਾ ਕਰਨ ਨੂੰ ਲੈ ਕੇ। ਸਰ ਤੁਸੀਂ ਵੈਸੇ ਕਿਹਾ ਕਿ ਜਿੱਦਾਂ ਸਾਰੇ ਪੰਜੋਂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ, ਸਾਰੇ ਏਜੰਟਸ ਇੱਕੋ ਜਿਹੇ ਨਹੀਂ ਹੁੰਦੇ, ਇੱਥੇ ਬਹੁਤ ਸਾਰੇ ਇੱਦਾਂ ਦੀ ਫੇਕ ਇਨਫੋਰਮੇਸ਼ਨ ਜਾਂ ਫਰਾਡ ਏਜੰਟਸ ਇੱਦਾਂ ਦੇ ਵੀ ਰਹੇ ਜਿਨ੍ਹਾਂ ਨੇ ਉਹਨਾਂ ਦੇ ਸਟੂਡੈਂਟਸ ਦੇ ਡਾਕੂਮੈਂਟਸ, ਓਰੀਜਨਲ ਡਾਕੂਮੈਂਟਸ ਆਪਣੇ ਕੋਲ ਰੱਖ ਲਿੱਤੇ, ਮੁੜ ਕੇ ਪੈਸੇ ਮੰਗੇ ਉਹਨਾਂ ਤੋਂ, ਜਾਂ ਫਿਰ ਇੱਦਾਂ ਦੀ ਸਕੀਮਸ ਕੱਢੀਆਂ ਕਿ ਪੈਕੇਜ ਸਿਸਟਮ ਕਰ ਲਓ, ਜਾਂ ਫਿਰ ਏਦਾਂ ਕਹਿਣ ਲੱਗੇ ਕਿ ਚਲੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਹਾਂਜੀ, ਏਦਾਂ ਹੁੰਦਾ, ਬੜਾ ਵੱਡਾ ਰਿਵਾਜ ਚੱਲ ਪਿਆ। ਏਦਾਂ ਹੁੰਦਾ ਕਿ ਤੁਸੀਂ, ਮੈਂ ਤੁਹਾਡੇ ਕੋਲ ਗਈ ਹਾਂ, ਤੁਸੀਂ ਬੋਲੋ ਕਿ ਨਹੀਂ ਨਹੀਂ ਮੈਂ ਤਾਂ ਪੈਸੇ ਮੈਂ ਭਰ ਦੇਣਾ, ਤੁਸੀਂ ਮੇਰੇ ਰਿਸ਼ਤੇਦਾਰ ਥੋੜੀ ਹੈਗੇ ਹੋ। ਇਹ ਸਿਚੁਏਸ਼ਨ ਆਈ ਥਿੰਕ ਜ਼ਰੂਰ ਇੱਕ ਆਈ ਹੈ, ਲੇਕਿਨ ਕਈ ਲੋਕਾਂ ਨੇ ਬਲਾਈਂਡਲੀ ਟਰਸਟ ਵੀ ਕੀਤਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਦੇਖੋ, ਉਹੀ ਜਿਹੜੀ ਮੈਂ ਗੱਲ ਕੀਤੀ ਲਾਟਰੀ ਵਾਲੀ ਗੱਲ ਤੇ ਹੀ ਆ ਜਾਂਦੀ ਹੈਗੀ ਹੈ। ਬੰਦਾ ਤੁਹਾਨੂੰ ਚੁਣਨਾ ਪੈਣਾ, ਠੀਕ, ਲੇਕਿਨ ਇਹ ਜਿਹੜੀ ਲੀਗਲ ਗੱਲ ਕਰਦਾ ਮੈਂ ਤੁਹਾਨੂੰ, ਕਾਨੂੰਨੀ, ਕਿਉਂਕਿ ਇੱਥੇ ਮੈਂ ਜਿੰਨੀ ਵੀ ਦੇਖੋ ਤੁਸੀਂ ਬੜਾ ਧੰਨਵਾਦ ਹੈਗਾ ਜਿਹੜਾ ਕਿ ਤੁਸੀਂ ਇਸ ਇੰਨੇ ਚੰਗੇ ਜਿਹੜੇ ਮੰਚ ਤੇ ਬੁਲਾ ਕੇ ਆਪਾਂ ਇੰਨੇ ਲੱਖਾਂ ਲੋਕ ਦੇਖਦੇ ਨੇ, ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਹੈਗੇ ਆ। ਤੇ ਇਹ ਬਿਲਕੁਲ 100% ਕੋਈ ਵੀ ਅੰਬੈਸੀ, ਕੋਈ ਵੀ ਫੋਰਨ ਗਵਰਨਮੈਂਟ ਅਲਾਓ ਨਹੀਂ ਕਰਦੀ ਕਿ ਜਿਸ ਸਟੂਡੈਂਟ ਨੇ ਜਾਣਾ ਪੜ੍ਹਨ ਵਾਸਤੇ ਉਸ ਦੇ ਅਕਾਊਂਟ ਤੋਂ ਜਾਂ ਉਹਦੇ ਪੇਰੈਂਟਸ ਦੇ ਅਕਾਊਂਟ ਤੋਂ ਹੀ ਕਾਲਜ ਦੇ ਵਿੱਚ ਫੀਸ ਜਾਣੀ ਚਾਹੀਦੀ ਹੈ, ਉਸ ਦੇ ਅਕਾਊਂਟ ਤੋਂ ਹੀ GIC ਜਿਹੜਾ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ, ਜਿਹਨੂੰ ਦੇਸੀ ਭਾਸ਼ਾ 'ਚ ਫਿਕਸਡ ਡਿਪੋਜ਼ਿਟ ਕਹਿੰਦੇ ਆ, ਉਹ ਹੋਣਾ ਚਾਹੀਦਾ ਹੈ, ਔਰ ਕੈਨੇਡੀਅਨ ਬੈਂਕ ਦੇ ਵਿੱਚ ਪੈਸੇ ਟ੍ਰਾਂਸਫਰ ਹੋਣੇ ਚਾਹੀਦੇ ਸਿੱਧੇ। ਨਾ ਇਹ ਟਿਪ ਹੈਗਾ ਫਰਾਡ ਤੋਂ ਬਚਣ ਵਾਸਤੇ, ਨਾ ਕਿਸੇ ਕੰਸਲਟੈਂਟ ਨੂੰ ਚੈੱਕ, ਕੈਸ਼, ਡਰਾਫਟ, ਆਨਲਾਈਨ ਟ੍ਰਾਂਸਫਰ, ਕਿਸੇ ਤਰੀਕੇ ਨਾਲ ਵੀ ਕਿਸੇ ਕੰਸਲਟੈਂਟ ਨੂੰ ਪੈਸੇ ਨਹੀਂ ਦੇਣੇ, ਸਿੱਧੇ ਭੇਜਣੇ। ਔਰ ਕੋਈ ਵੀ ਉਹੀ ਫੋਰਨ ਗਵਰਨਮੈਂਟ ਅੰਬੈਸੀ ਨਹੀਂ ਅਲਾਓ ਕਰਦੀ ਵੀ ਕਿਸੇ ਸਟੂਡੈਂਟ ਦੇ ਬਿਹਾਫ ਤੇ ਕੋਈ ਕੰਸਲਟੈਂਟ ਜਾਂ ਕੋਈ ਹੋਰ ਬੰਦਾ ਉਸ ਨੂੰ ਭਰੇ ਔਰ ਇਹ ਕਵੇ ਕਿ ਵੀਜ਼ਾ ਤੋਂ ਪਹਿਲਾਂ ਮੈਂ ਭਰ ਦਾਂਗਾ, ਵੀਜ਼ਾ ਤੋਂ ਬਾਅਦ ਤੁਸੀਂ ਮੈਨੂੰ ਦੇ ਦੇਣੇ ਹੈਗੇ ਆ, ਜਾਂ ਜਿਸ ਨੂੰ ਕਹਿ ਦਿੰਦੇ ਆ ਪੈਕੇਜ, ਕਿ ਵੀ ਬਾਅਦ ਦੇ ਵਿੱਚ ਇੰਨੇ ਲੱਖਾਂ ਰੁਪਈਏ। ਇੱਦਾਂ ਹੈਗਾ ਸਿੱਧੀ ਜੀ ਗੱਲ ਕਿ ਤੁਹਾਡੀ ਇੱਕ ਅੱਜ ਦੇ ਦਿਨ ਕੀ ਚੀਜ਼, ਫੰਡਸ ਦੀ ਲੋੜ, ਜਿਹੜੀ ਤੁਸੀਂ ਕਿਹਾ ਸੀਗਾ ਵੀ ਦੱਸਾਂਗੇ ਕਿ ਕਿੰਨੇ ਪੈਸੇ ਦੀ ਲੋੜ ਹੈਗੀ ਹੈ। 1 ਸਾਲ ਦੀ SDS ਦੇ ਵਿੱਚ 1 ਸਾਲ ਦੀ ਕੋਸ਼ਿਸ਼ ਕਰਨੀ ਹੈ, 1 ਸਾਲ ਦੀ ਫੀਸ, 2 ਸਮੈਸਟਰ ਦੀ ਫੀਸ, ਤਕਰੀਬਨ ਕੋਈ ਆਮ ਜਿਹੜੇ ਕਾਲਜਿਸ ਨੇ ਕੈਨੇਡਾ ਦੇ 8 ਲੱਖ ਰੁਪਏ ਦੇ ਕਰੀਬ, ਔਰ $10,000 GIC ਦੇ ਤਕਰੀਬਨ ਕੋਈ 5.5-6 ਲੱਖ ਰੁਪਏ ਦੇ ਕਰੀਬ ਇਹ ਤੁਸੀਂ ਉੱਥੇ ਟ੍ਰਾਂਸਫਰ ਕਰਨੇ ਆ, ਤੁਸੀਂ ਹੀ ਕਰਨੇ ਆ। ਮਤਲਬ ਕਿ 8 ਤੇ 6 14, ਤਕਰੀਬਨ ਕੋਈ 14-15 ਲੱਖ ਰੁਪਏ ਦੇ ਕਰੀਬ ਟ੍ਰਾਂਸਫਰ ਕਰਨੇ ਹੈਗੇ ਆ।
ਸੋ ਉਹ ਜਿਹੜਾ ਹੈਗਾ, ਔਰ ਬਾਅਦ ਦੇ ਵਿੱਚ ਜੇ 2 ਸਾਲ ਦਾ ਕੋਰਸ ਹੈਗਾ ਤੇ ਫਿਰ ਅਗੇਨ 4-4 ਲੱਖ ਰੁਪਏ ਪਰ ਸਮੈਸਟਰ ਦੇ, 2 ਸਮੈਸਟਰ ਦੇ ਹੋਰ ਜਿਹੜੇ 2 ਸਾਲ ਦਾ ਕੋਰਸ ਹੈ 4 ਸਮੈਸਟਰ 16 ਮਹੀਨੇ ਦੀ ਪੜ੍ਹਾਈ, 1 ਸਾਲ ਦਾ ਕੋਰਸ ਹੈ 2 ਸਮੈਸਟਰ 4-4 ਮਹੀਨੇ ਦੇ 2 8 ਮਹੀਨੇ ਦੀ ਪੜ੍ਹਾਈ, ਔਰ 1 ਸਮੈਸਟਰ ਦੀ ਜਿਹੜੀ ਹੈ ਫੀਸ ਜਿਹੜੀ ਹੈ ਤਕਰੀਬਨ 4 ਲੱਖ। ਔਰ ਜਿਹੜੇ ਲੋਕ ਅਫੋਰਡ ਨਹੀਂ ਕਰਦੇ ਜਾਂ ਵੈਸੇ ਮੇਰੀ ਹੈਗੀ ਹੈ ਜਿਹਨੂੰ ਕਹਿੰਦੇ ਨੌਲੇਜ ਇਜ਼ ਪਾਵਰ, ਤੇ ਬੜੇ ਸਾਰੇ ਕਾਲਜ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਕਿ ਲੈਂਪਟਨ ਕਾਲਜ ਹੈਗਾ, KPU ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਹੈਗੀ ਹੈ, ਕੇਬਰਟਨ ਯੂਨੀਵਰਸਿਟੀ ਹੈਗੀ ਹੈ, CNC ਜਿਹੜਾ ਹੈ ਕਾਲਜ ਆਫ ਨਿਊ ਕੈਲੇਡੋਨੀਆ ਹੈਗਾ, NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਹੈਗਾ, ਬੜੇ ਸਾਰੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਫੀਸਾਂ ਅੱਧੀਆਂ ਪੌਣੀਆਂ ਨੇ। NBCC ਦੀ ਫੀਸ ਤਕਰੀਬਨ ਕੋਈ ਅੱਧੀ ਹੈਗੀ ਆ, ਬਾਕੀ ਦੀ ਜਿਹੜੇ ਕਾਲਜਾਂ ਦੀ ਮੈਂ ਨਾਂ ਲਿਆ ਉਹਨਾਂ ਵਿੱਚ 4th ਸਮੈਸਟਰ ਦੇ ਵਿੱਚ ਸਕੋਪ ਹੈਗਾ। ਦਾ ਮਤਲਬ ਇਹ ਕਿ ਉਸ ਦੀ ਫੀਸ ਨਹੀਂ ਦੇਣੀ, ਟ੍ਰੇਨਿੰਗ ਹੋਏਗੀ, ਜ਼ਿਆਦਾਤਰ ਪੇਡ ਜਿਹਦੇ ਵਿੱਚ ਕਮਾਈ ਹੋਏਗੀ। ਦੈਟ ਮੀਨਸ ਕਿ 2 ਸਾਲ ਦੀ ਫੀਸ ਜੇ ਗੱਲ ਕਰੀਏ 16 ਲੱਖ ਰੁਪਏ ਆਮ ਕਾਲਜਾਂ 'ਚ ਜਿਹੜੀ ਪੈਂਦੀ ਹੈ, ਜਿਨ੍ਹਾਂ ਦੀ ਮੈਂ ਕਾਲਜਾਂ ਦਾ ਨਾਂ ਲਿਆ ਉਹਨਾਂ 'ਚ ਤਕਰੀਬਨ ਕੋਈ 12 ਲੱਖ ਦੇ ਕਰੀਬ ਪਏਗੀ, ਤੇ 4 ਲੱਖ ਉਹ ਬਚ ਗਿਆ। ਬਲਕਿ ਚੌਥੇ ਸਮੈਸਟਰ 'ਚ ਆਪਾਂ ਇਨਕਮ ਕਰ ਲੈਣੀ ਬੱਚੇ ਨੇ, ਤੇ ਕਿੰਨੀ ਵੱਡੀ ਹੈਲਪ ਹੋਗੀ। ਸੋ ਇਹ ਜਿਹੜੀਆਂ ਇਹ ਸਾਰੀਆਂ, ਲੇਕਿਨ ਇਹ ਗੱਲ ਜਿਹੜੀ ਚੱਲਦੀ ਪਈ ਸੀਗੀ ਕਿ ਇਹ ਆਪਾਂ ਬਜਟ ਦੀ ਗੱਲ ਕੀਤੀ ਸੀ, ਲੇਕਿਨ ਜਿੰਨਾ ਵੀ ਪੈਸਾ ਜਾਣਾ ਤੁਹਾਡੇ ਅਕਾਊਂਟ 'ਚੋਂ ਸਿੱਧਾ ਜਾਣਾ। ਔਰ ਲੋਕੀ ਉਹੀ ਗੱਲ ਕਿ ਜਦੋਂ ਪੈਕੇਜ ਦੀ ਗੱਲ ਕਰ ਲੈਂਦੇ ਆ, ਜਦੋਂ ਆਫਟਰ ਵੀਜ਼ਾ ਫੀਸ ਇੰਨੀ ਲਵਾਂਗੇ, ਔਰ ਬਾਅਦ ਦੇ ਵਿੱਚ ਮੈਂ ਜਦੋਂ ਕੈਨੇਡਾ ਦੇ ਵਿੱਚ ਸੀਗਾ ਤੇ ਬੱਚਿਆਂ ਦੇ ਬੜੇ ਸੈਂਕੜਾ ਬੱਚਿਆਂ ਦੇ ਫੋਨ ਆਏ ਕਿ ਸਾਨੂੰ ਕਿਹਾ ਗਿਆ ਸੀ GIC ਅਸੀਂ ਭਰਾਂਗੇ, GIC ਭਰਿਆ ਨਹੀਂ ਗਿਆ, ਔਰ ਜਿਹੜਾ ਕਿਹਾ ਸੀਗਾ 2 ਸਮੈਸਟਰ ਦੀ ਫੀਸ ਭਰਾਂਗੇ, 1 ਸਮੈਸਟਰ ਦੀ ਫੀਸ ਭਰੀ। ਸੋ ਉਹ ਜਿਹੜਾ, ਔਰ ਕਾਲਜ ਇਹੋ ਜਿਹੇ ਜਿੱਥੇ ਕਿ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ। ਸੋ ਉੱਥੇ ਪੜ੍ਹਨ ਦਾ ਤਾਂ ਮਤਲਬ ਹੀ ਕੋਈ ਨਹੀਂ ਬਣਦਾ। ਪੜ੍ਹੋਗੇ ਤਾਂ ਜਿੰਨੀ ਵੀ ਪੜ੍ਹੋਗੇ, ਭਾਵੇਂ ਸਾਲ ਪੜ੍ਹ ਲਓ, 6 ਮਹੀਨੇ ਪੜ੍ਹ ਲਓ, 4 ਮਹੀਨੇ, ਉਹ ਦੈਟ ਇਜ਼ ਆਲ ਵੇਸਟੇਜ। ਉਸ ਫੀਸ ਦਾ ਕੋਈ ਮਤਲਬ ਹੀ ਨਹੀਂ। ਔਰ ਕਾਲਜ ਨੇ ਇੱਕ ਵਾਰੀ ਫੀਸ ਭਰਤੀ, ਤੁਸੀਂ ਉੱਥੇ ਵੀਜ਼ਾ ਲੱਗ ਕੇ ਚਲੇ ਗਏ ਤੇ ਉਹ ਫੀਸ ਤੁਹਾਡੀ ਉਹਨਾਂ ਨੇ ਮੋੜਨੀ ਨਹੀਂ। ਸੋ ਆਲਵੇਜ਼ ਇੱਕ ਟਿਪ ਜ਼ਰੂਰੀ ਉਸੇ ਕਾਲਜ 'ਚ ਜਾਣਾ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਬੱਚਿਆਂ ਨੂੰ ਪੜ੍ਹ ਕੇ ਮਿਲਣ ਦੀ ਐਲੀਜੀਬਿਲਿਟੀ ਹੋਵੇ, ਮਿਲੇ। ਉਸ ਦੇ ਬੜੀ ਸਿੰਪਲ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ, ਜਿਹੜਾ ਗੂਗਲ ਤੇ ਲਿਖ ਲਓ DLI ਲਿਸਟ ਕੈਨੇਡਾ, ਜਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ canada.ca ਜਾਂ cic.gc.ca ਦੇ ਉੱਪਰ ਲਿਸਟ ਹੈਗੀ ਹੈ ਜਿਹੜੀ ਹੈ DLI ਦੀ, ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨਸ ਦੀ। ਉਹ ਤੁਸੀਂ ਜੇ ਪ੍ਰੋਵਿੰਸ ਭਰੋਗੇ ਸੌਰਟ ਕਰਨ ਵਾਸਤੇ ਪ੍ਰੋਵਿੰਸ ਦਾ ਨਾਮ, ਔਰ ਅਗਰ ਕਾਲਜ ਦਾ ਨਾਮ ਭਰੋਗੇ ਉਹ ਵੀ ਆ ਜਾਊਗਾ। ਤੇ ਅੱਗੇ ਜਿਹੜਾ ਹੈਗਾ ਉਹਨਾਂ ਦੇ ਲਿਖਿਆ ਹੁੰਦਾ ਹੈਗਾ ਕਿ ਵਰਕ ਪਰਮਿਟ ਉਹਨਾਂ ਕਾਲਜਾਂ 'ਚ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਮਿਲੇਗਾ ਕਿ ਨਹੀਂ, ਜਿਹਦੇ 'ਚ ਮਿਲੇਗਾ ਉਹਨਾਂ 'ਚ ਯੈਸ ਲਿਖਿਆ, ਜਿਹਦੇ 'ਚ ਨਹੀਂ ਮਿਲੇਗਾ ਉਹਦੇ 'ਚ ਨੋ ਲਿਖਿਆ। ਵੈਰੀ ਵੈਰੀ ਸਿੰਪਲ। ਔਰ ਅਗਰ ਕੋਈ ਨਹੀਂ ਸਮਝ ਆਉਂਦੀ, ਸਾਡੇ 12 ਆਫਿਸ ਇੰਡੀਆ ਵਿੱਚ ਹੈਗੇ ਨੇ, ਕਿਸੇ ਵੀ ਆਫਿਸ ਦੇ ਵਿੱਚ ਫੋਨ ਤੇ ਗੱਲ ਕਰਕੇ ਪੁੱਛ ਲਓ, ਫ੍ਰੀ ਦੇ ਵਿੱਚ ਜਾ ਕੇ। ਇਸ ਤਰ੍ਹਾਂ ਦੀ ਸਾਰੀ ਇਨਫੋਰਮੇਸ਼ਨ ਸੇਵਾ ਵਾਲੀ ਗੱਲ ਹੈਗੀ ਹੈ, ਤੁਸੀਂ ਪੁੱਛ ਲਓ ਇਹਦੇ 'ਚ ਮਿਲੂਗਾ ਕਿ ਨਹੀਂ ਮਿਲੂਗਾ। ਵੈਰੀ ਸਿੰਪਲ। ਲੇਕਿਨ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਓਨੈਸਟੀ, ਇੱਕ ਸੁਪਨਾ ਕਿ ਲੋਕਾਂ ਜਿੱਥੇ ਵੀ ਜਾਈਏ ਤੇ ਆਪਾਂ ਸੋਚਦੇ ਹਾਂ ਸੋਨਾ ਖਰੀਦੀਏ, ਕੋਈ ਚਾਂਦੀ ਖਰੀਦੀਏ, ਕੋਈ ਹੋਰ ਕੋਈ ਚੀਜ਼ ਮਕਾਨ ਬਣਾਈਏ, ਤੇ ਪਤਾ ਨਹੀਂ ਮਾਰਨਗੇ ਕਿ ਛੱਡਣਗੇ। ਉਹ ਐਸਾ ਜਿਹੜਾ ਸੁਪਨਾ ਸੀ ਕਿ 100% ਲੋਕਾਂ ਨੂੰ ਤਸੱਲੀ, ਦਿਲ ਦੇ ਵਿੱਚ ਤਸੱਲੀ ਹੋਣੀ ਚਾਹੀਦੀ ਹੈ ਵੀ ਕੋਈ ਚਿੰਤਾ ਨਹੀਂ, ਕੋਈ ਦਿੱਕਤ ਨਹੀਂ। ਇੱਕ ਜੈਨੂਅਨ ਜਿਹਾ ਪ੍ਰੋਫਿਟ ਕੀ ਕਿ ਅਸੀਂ ਇਹਨਾਂ ਕਾਲਜਿਸ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਹੈਗੇ ਆ, ਉਹਨਾਂ ਦੇ ਬਿਹਾਫ ਤੇ ਸਾਰਾ ਕੰਮ ਕਰਦੇ ਹੈਗੇ ਆ। ਔਰ ਸਟੂਡੈਂਟਸ ਜਦੋਂ ਵੀਜ਼ਾ ਲੱਗ ਕੇ ਜਾਂਦੇ ਆ, ਉਹ ਸਾਨੂੰ ਆਫਿਸਿਸ ਦੇ ਸੈਮੀਨਾਰਸ ਦੇ ਖਰਚੇ ਦਿੰਦੇ ਆ। ਇਹ ਇੰਨੀ ਇੱਕ ਗੱਲ। ਤੇ ਉਸ ਦੇ ਵਾਸਤੇ ਈਵਨ ਕਿ ਕੰਪਨੀ ਫੀਸ ਜਿਹੜੀ ਹੈ, ਪਾਇਨੀਅਰ ਇਮੀਗ੍ਰੇਸ਼ਨ ਨੇ ਇੰਨੇ 2003 ਤੋਂ ਚੱਲਦੇ ਹੋਏ ਜਿਹੜਾ ਇੰਨਾ 18 ਸਾਲ ਦਾ ਸਫ਼ਰ ਤੈਅ ਕੀਤਾ, ਔਰ ਲੋਕਾਂ ਨੇ ਮਾਣ ਇੱਜ਼ਤ ਦਿੱਤਾ। ਅੱਜ ਟਾਪ ਫਿਊ ਕੰਸਲਟੈਂਟਸ ਇਨ ਇੰਡੀਆ ਦੇ ਵਿੱਚ ਨਾਮ, ਤੇ ਕੰਪਨੀ ਫੀਸ ਨਿਲ ਕਰ ਦਿੱਤੀ ਦਾ ਮਤਲਬ ਨਹੀਂ ਲੈਂਦੇ। 2000 ਲੈਣੇ ਹੈਗੇ ਕਾਗਜ਼ ਪੱਤਰ, ਫੋਟੋ ਸਟੇਟ, ਔਰ ਇਹਨਾਂ ਖਰਚਿਆਂ ਦੇ ਨਾਂ ਦੇ, ਬਾਕੀ ਕੋਈ ਫੀਸ ਨਹੀਂ ਲੈਣੀ। ਰਿਫਿਊਜ਼ਡ ਕੇਸਾਂ ਤੋਂ ਥੋੜੀ ਜਿਹੀ ਫੀਸ ਹੈਗੀ ਹੈ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਕੇਅਰ ਦੀ ਜ਼ਰੂਰਤ ਹੁੰਦੀ ਹੈ ਜੀ। ਰਾਈਟ ਸਰ, ਸਾਡੀ ਕੋਸ਼ਿਸ਼ ਰਹੇਗੀ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਸਟੂਡੈਂਟਸ ਤੱਕ ਪਹੁੰਚਾ ਸਕੀਏ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ICCRC ਦੇ ਮੈਂਬਰ ਹੈਗੇ ਹੋ, ਤੇ ਸਾਨੂੰ ਥੋੜਾ ਜਿਹਾ ਇਹਦਾ ਮਤਲਬ ਦੱਸੋ ਕਿ ਇਹ ਕੀ ਕਰਦਾ ਆ। ਦੇਖੋ ICCRC ਕੀ ਹੈ ਕਿ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ, ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ, ਔਰ ਇਸ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ ਨੇ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਵੱਲੋਂ। ਔਰ ICCRC ਦੀ ਵੈਬਸਾਈਟ ਹੈਗੀ ਆ, ਉਸ ਦੇ ਉੱਪਰ ਨਾਮ ਦਿੱਤਾ ਹੋਇਆ ਜਿਹੜੇ ਲੀਗਲ ਕੰਸਲਟੈਂਟਸ ਨੇ। ਔਰ ਜਿਹੜੀ ਕੈਨੇਡਾ ਅੰਬੈਸੀ, ਉਸ ਦੀ ਜਿਹੜੀ ਹੈ ਵੈਬਸਾਈਟ cic.gc.ca ਦੇ ਉੱਪਰ ਜਿਹੜਾ ਸਰਚ ਬਾਕਸ ਦੇ ਵਿੱਚ ਲਿਖੀਏ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਤੇ ਉਸ ਦੇ ਵਿੱਚ ਲਿਸਟ ਜਿਹੜਾ ICCRC ਦੀ ਵੈਬਸਾਈਟ ਤੇ ਲੈ ਕੇ ਜਾਏਗੀ, ਜਿਹਦੇ 'ਚ ਲੀਗਲ ਕੰਸਲਟੈਂਟਸ ਦੀ ਸਾਰੀ ਲਿਸਟ ਹੋਏਗੀ। ਔਰ ਮੈਂ ਇਹ ਤੁਹਾਨੂੰ ਜਿਹੜੀ ਹੈ ਦਿਵਿਆ ਜੀ ਰਿਕੁਐਸਟ ਕਰਦਾ ਹੈਗਾ ਕਿ ਗੱਲ ਕਰਦੇ ਹਾਂ ਜੀ ਨੈਕਸਟ ਅਪਕਮਿੰਗ ਇਨਟੇਕ ਦੀ। ਖਾਸ ਤੌਰ ਤੇ ਗੱਲ ਕਰਾਂਗੀ ਮੈਂ ਮੇ ਦੀ। ਸਰ, ਮੇ ਨੂੰ ਲੈ ਕੇ ਬਹੁਤ ਸਾਰੇ ਮਿਥਸ ਚੱਲ ਰਹੇ, ਬਹੁਤ ਰੋਂਗ ਇਨਫੋਰਮੇਸ਼ਨ ਹੈ, ਸੀਟਸ ਨਹੀਂ ਹੈਗੀ, ਅਪਲਾਈ ਨਾ ਕਰੋ ਹਲੇ। ਬਿਲਕੁਲ, ਤੁਹਾਨੂੰ ਕੀ ਲੱਗਦਾ ਹਲੇ ਹੈਗੀ ਹੈ ਸੀਟਸ? ਦੇਖੋ ਦਿਵਿਆ ਜੀ, ਇਹ ਬੜਾ ਹੁਣ ਲਾਸਟ ਮੋਮੈਂਟ ਚੱਲਦੇ ਪਏ ਨੇ।
ਕਈ ਕਾਲਜਿਸ ਲੈਂਦੇ ਨੇ ਮਹੀਨਾ ਡੇਢ ਮਹੀਨਾ ਐਡਮਿਸ਼ਨ ਵਾਸਤੇ ਲੈ ਲੈਂਦੇ ਨੇ, 2 ਮਹੀਨੇ ਵੀ ਲੈ ਲੈਂਦੇ ਨੇ, ਜਾਂ 3 ਹਫ਼ਤੇ 4 ਹਫ਼ਤੇ ਇਸ ਤਰ੍ਹਾਂ ਟਾਈਮ ਜ਼ਿਆਦਾ ਲੈਂਦੇ ਨੇ। ਉਹਨਾਂ ਦਾ ਵਿੱਚ ਨਹੀਂ, ਜਿਹੜੇ ਕਾਲਜਿਸ 2-3-4 ਦਿਨ ਦੇ ਵਿੱਚ ਆਫਰ ਲੈਟਰ ਦੇ ਦੇਣਗੇ, ਸਿਰਫ ਉਹੀ ਕਾਲਜਾਂ ਵਿੱਚ ਅਪਲਾਈ ਕਰਕੇ ਔਰ ਸੀਟਾਂ ਹੋਣ, ਤੇ ਥੋੜ੍ਹੀ ਜਿਹੀਆਂ ਰਹਿ ਗਈਆਂ, ਕੋਈ 15-20% ਲਾ ਲਓ, ਇੰਨੇ ਕੁ ਕਿਤੇ ਕਾਲਜਾਂ 'ਚ ਕਿਤੇ ਕੋਈ ਸੀਟ ਹੋਏਗੀ, ਕਿਸੇ ਕਾਲਜ 'ਚ ਕੋਈ ਸੀਟ ਹੋਏਗੀ ਜਿਨ੍ਹਾਂ ਵਿੱਚ ਛੇਤੀ ਪ੍ਰੋਸੈਸਿੰਗ ਟਾਈਮ ਲੋ ਹੋਏ, ਜਿਹੜੇ 'ਚ ਫਟਾਫਟ ਆਫਰ ਲੈਟਰ 2-3-4 ਦੇ ਦੇਣ, ਔਰ ਅਸੀਂ ਵੀ ਉਹਨਾਂ ਦੀ ਫਟਾਫਟ ਫਾਈਲ ਬਣਾ ਕੇ ਅੰਬੈਸੀ ਨੂੰ ਲਾ ਦਈਏ। ਬੜਾ ਲਿਮਿਟਿਡ ਟਾਈਮ ਹੈਗਾ, ਥੋੜ੍ਹੇ ਦਿਨ ਦੀ ਗੱਲ ਹੈਗੀ, ਬਸ ਥੋੜ੍ਹੇ ਦਿਨ ਹੋਰ ਇਹੋ ਜਿਹੇ ਕਾਲਜ ਦੇ ਵਿੱਚ ਅਪਲਾਈ ਹਾਲੇ ਕੀਤਾ ਜਾ ਸਕਦਾ ਹੈ। ਲੇਕਿਨ ਸਤੰਬਰ ਵਾਸਤੇ ਵੀ ਈਵਨ ਕਿ ਕਿਉਂਕਿ ਆਹੀ ਜਿਹੜੀ ਕਰੋਨਾ ਦੀ ਗੱਲ ਚੱਲਦੇ ਪਏ ਸੀਗੇ, ਕਰੋਨਾ ਦੀ ਅੱਗੇ ਡਿਫਰਮੈਂਟਾਂ ਹੁੰਦੇ ਹੋਏ ਅਗਲੇ ਇਨਟੇਕ ਦੇ ਵਿੱਚ ਈਵਨ ਸਤੰਬਰ ਜਿਹੜੀ 21 ਵਾਸਤੇ ਕਾਫੀ ਸਾਰੀ ਸੀਟਾਂ ਫੁੱਲ ਹੋ ਚੁੱਕੀਆਂ ਨੇ, ਔਰ ਜਿਨ੍ਹਾਂ ਨੇ ਅਪਲਾਈ ਕਰਨਾ ਛੇਤੀ ਅਪਲਾਈ ਕਰਕੇ ਸਤੰਬਰ 21 ਦੇ ਵਿੱਚ ਵੀ ਅੱਧੀ ਤੋਂ ਜ਼ਿਆਦਾ, ਮੇਰੇ ਖਿਆਲ 60-70% ਸੀਟਾਂ ਫੁੱਲ ਹੋ ਗਈਆਂ, ਬਹੁਤ ਸਾਰੇ ਪ੍ਰੋਗਰਾਮਸ ਫੁੱਲ ਹੋ ਗਏ, ਔਰ ਕਈ ਕਾਲਜਿਸ ਨੇ ਅੱਗੇ ਈਵਨ ਕਿ ਜਨਵਰੀ 2022 ਦੀਆਂ ਵੀ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਖੋਲ੍ਹ ਦਿੱਤੀਆਂ, ਜਿਨ੍ਹਾਂ ਦੇ ਸਤੰਬਰ ਕੋਰਸ ਖਤਮ ਹੋ ਗਏ ਤੇ ਜਨਵਰੀ 2022 ਜੀ। ਸੋ ਇਹ ਜਿਹੜਾ ਤੁਸੀਂ ਮਿਲ ਕੇ ਸਾਰੇ ਕਾਲਜਿਸ ਦੀ ਲਿਸਟਾਂ, ਇਨਫੋਰਮੇਸ਼ਨ, ਕਿਹੜੇ ਕਾਲਜ ਕਿਹੜੀ ਸੀਟਾਂ ਫੁੱਲ ਨੇ, ਕਿਹੜੇ ਕਾਲਜ ਸੀਟਾਂ ਹਲੇ ਮਿਲਦੀਆਂ ਪਈਆਂ ਨੇ, ਉਹਨਾਂ ਦੀ ਫੀਸਾਂ ਬਾਰੇ ਗੱਲ ਕੀਤੀ ਸੀ, ਕਿਹੜੇ ਕਾਲਜ ਦੀ ਕਿਹੜੀ ਫੀਸ ਹੈ, ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ, ਕਿਹੜਾ ਰੈਲੇਵੈਂਟ ਪ੍ਰੋਗਰਾਮ ਹੈਗਾ, ਪ੍ਰੀਵੀਅਸ ਐਜੂਕੇਸ਼ਨ ਕੀ ਹੈ, ਸਾਰੀਆਂ ਗੱਲਾਂ ਦੇਖਦੇ ਹੋ। ਸਾਰਾ ਇਨਫੋਰਮੇਸ਼ਨ ਸਾਡੇ ਆਫਿਸਿਸ ਵਿੱਚ ਹੈਗੀਆਂ ਨੇ, ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜਾਂ ਆਫਿਸ ਦੇ ਵਿੱਚ ਜਾ ਕੇ ਮਿਲ ਕੇ ਗੱਲ ਕਰ ਸਕਦੇ ਹੋ। ਅਗੇਨ ਮੈਂ ਜਿਹੜੀਆਂ ਹਰ ਇੱਕ ਆਫਿਸ ਦੇ ਵਿੱਚ ਹੁਣ ਹੌਲੀ ਹੌਲੀ ਜਾਊਂਗਾ ਸਾਰੇ, ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਅੰਮ੍ਰਿਤਸਰ ਤੱਕ ਦੱਸਿਆ ਸੀਗਾ, 17 ਨੂੰ ਫਿਰੋਜ਼ਪੁਰ, 19 ਨੂੰ ਮੋਗਾ, 20 ਨੂੰ ਲੁਧਿਆਣਾ, 24 ਨੂੰ ਜਲੰਧਰ, 26 ਨੂੰ ਅੰਮ੍ਰਿਤਸਰ, ਔਰ ਉਸ ਤੋਂ ਨੈਕਸਟ ਵੀਕ ਦੇ ਵਿੱਚ ਜਿਹੜਾ ਹੈਗਾ ਬਰਨਾਲਾ ਔਰ ਬਠਿੰਡਾ ਵੀ ਮੈਂ ਪਰਸਨਲ ਵਿਜ਼ਿਟ ਕਰੂੰਗਾ, ਹਰ ਇੱਕ ਨੂੰ ਮਿਲੂੰਗਾ। ਮੇਰੀ ਹੱਥ ਜੋੜ ਕੇ ਬੇਨਤੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਟਾਈਮ ਕੱਢ ਕੇ ਆਇਆ ਜੇ, ਔਰ ਥੋੜ੍ਹਾ ਹੌਸਲਾ ਰੱਖਿਆ ਜੇ। ਜਦੋਂ ਅਸੀਂ ਕੰਮ ਕਰਦੇ ਹਾਂ ਤੇ ਇਹ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਮ ਚੱਜ ਨਾਲ, ਇਮਾਨਦਾਰੀ ਨਾਲ, ਰੱਬ ਨੂੰ ਹਾਜ਼ਰ ਮੰਨ ਕੇ ਕੀਤਾ ਜਾਵੇ। ਇਹ ਜ਼ਰੂਰੀ ਨਹੀਂ ਕਿ ਵੀ ਜਲਦੀਬਾਜ਼ੀ ਨਾ ਕਰੋ, ਥੋੜ੍ਹਾ ਜਿਹਾ ਵੇਟ ਕਰਨਾ ਪਵੇ। ਤੇ ਮੇਰੇ ਸਟਾਫ ਦੇ ਨਾਲ ਕੋਆਪਰੇਟ, ਉਹਨਾਂ ਨੂੰ ਬੜਾ ਦਿੱਕਤ ਆਉਂਦੀ ਹੈਗੀ, ਰਸ ਹੁੰਦਾ ਹੈਗਾ, ਔਰ ਉਹ ਮੈਨੇਜ ਕਰਨ 'ਚ ਬੜੀ ਤਕਲੀਫ ਹੈ। ਕਿਸੇ ਨਾਲ ਮਿਸਬਿਹੇਵ ਵੀ ਨਹੀਂ ਕਰਨਾ, ਆਪਾਂ ਰੱਬ ਦੇ ਬੰਦੇ ਹੈਗੇ ਆ, ਮਾਨ ਇੱਜ਼ਤ ਦੇ ਨਾਲ ਆਪਣਾ ਕੰਮ ਕਰਾਉਣਾ। ਵੈਲਕਮ ਜੀ। ਮੈਂ ਚਾਹਾਂਗੀ ਸਰ ਇੱਕ ਫਟਾਫਟ ਸੁਨੇਹਾ ਜ਼ਰੂਰ ਦਿਓ ਸਾਡੇ ਸਟੂਡੈਂਟਸ ਨੂੰ। ਬਿਲਕੁਲ, ਦੇਖੋ ਉਹੀ ਹੁੰਦਾ ਕਿ ਰੱਬ ਦੇ ਬੰਦੇ ਤੇ ਬੜਾ ਛਾਂਟ ਕੇ ਤੁਸੀਂ ਆਪਣਾ ਇਮੀਗ੍ਰੇਸ਼ਨ ਕੰਸਲਟੈਂਟ ਤਾਂ ਕਿ ਜਿਸ ਦੀ ਉਂਗਲ ਫੜੀਏ, ਜਿਹਦੀ ਬਾਂਹ ਫੜੀਏ, ਤੇ ਉਹ ਤੁਹਾਨੂੰ ਸਹੀ ਰਾਹ ਤੇ ਪਹੁੰਚਾ ਦੇਵੇ। ਤੇ ਰੱਬ ਦਾ ਵੀ ਸ਼ੁਕਰੀਆ ਬਹੁਤ ਬਹੁਤ, ਤੇ ਤੁਹਾਡਾ ਵੀ ਸਾਰਾ ਸ਼ੁਕਰੀਆ। ਔਰ ਗੱਲਬਾਤ ਹੋ ਚੁੱਕੀ ਹੈ, ਵੈਲਕਮ, ਆ ਕੇ ਦਰਸ਼ਨ ਦਿਓ, ਔਰ ਜਿਨ੍ਹਾਂ ਦੇ ਵੀਜ਼ੇ ਲੱਗੇ ਫੋਟੋ ਖਿੱਚਾਂਗੇ, ਖੁਸ਼ੀ ਮਨਾਵਾਂਗੇ। ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਜਿਨ੍ਹਾਂ ਦੇ ਜਿਹੜਾ ਅਪਲਾਈ ਕਰਨਾ ਹੋਏਗਾ, ਦਿਲੋਂ ਹਾਜ਼ਰ ਜੀ। ਤੇ ਇਸ ਦੇ ਨਾਲ ਹੀ ਥੈਂਕ ਯੂ ਸਾਡੇ ਵੱਲੋਂ ਵੀ ਲਓ ਸਰ, ਤੁਸੀਂ ਸਾਡੇ ਨਾਲ ਜੁੜੇ, ਤੇ ਸਾਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਨਵੀਂ ਅਪਡੇਟਸ ਦੇ ਨਾਲ। ਟਿਲ ਦੈਨ ਟੇਕ ਕੇਅਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।